ਅਸੀਂ ਅੱਜ ਦੇ ਵਚਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਖਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਨਿਤ ਪ੍ਰਤੀ ਦਿਨ ਸਾਨੂੰ ਆਪਣਾ ਆਤਮਿਕ ਭੋਜਨ ਦੇ ਕੇ ਸਾਨੂੰ ਤੰਦਰੁਸਤ ਕਰਦਾ ਹੈ ਅਤੇ ਸਾਨੂੰ ਆਪਣੇ ਰਾਜ ਵਿੱਚ ਚੱਲਣ ਦੇ ਲਈ ਸਾਡੀ ਮਦਦ ਕਰਦਾ ਹੈ ਕਿ ਅਸੀਂ ਪਰਮੇਸ਼ਰ ਪਿਤਾ ਇਸ ਸੰਸਾਰ ਦੀਆਂ ਦੁਚਿੱਤੀਆਂ ਅਤੇ ਭੈੜੀਆਂ ਨੀਤੀਆਂ ਤੋਂ ਬਚਦੇ ਹੋਏ ਤੇਰੇ ਸਵਰਗ ਰਾਜ ਵਿੱਚ ਵਧਦੇ ਜਾਈਏ। ਔਰ ਅੱਜ ਦੇ ਇਸ ਵਚਨ ਦੇ ਰਾਹੀਂ ਵੀ ਅਸੀਂ ਤੇਰੀਆਂ ਉੱਤਮ ਗੱਲਾਂ ਨੂੰ ਸਿੱਖ ਕੇ ਤੇਰੇ ਰਾਜ ਵਿੱਚ ਤੇਰੀ ਮਹਿਮਾ ਕਰੀਏ। ਅਜਿਹਾ ਹੋਣ ਦੇ ਲਈ ਮਦਦ ਕਰ। ਬੋਲਣ ਵਾਲੇ ਅਤੇ ਸੁਣਨ ਵਾਲੇ ਦੋਨਾਂ ਨੂੰ ਤੌਫੀਕ ਦੇ। ਪਰਮੇਸ਼ਰ ਪਿਤਾ ਆਪਣੀ ਅਕਲ ਅਤੇ ਆਪਣੀ ਬੁੱਧ ਅਤੇ ਆਪਣੀ ਸਮਝ ਦੇ ਨਾਲ ਸਾਨੂੰ ਪਰਮੇਸ਼ਰ ਪਿਤਾ ਇਸ ਵਚਨ ਨੂੰ ਸਮਝਣ ਦੇ ਲਈ ਸਾਡੀ ਮਦਦ ਕਰ। ਇਹ ਸਭ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਿਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਦਾ ਭਾਗ ਮੈਂ ਲਿਆ ਹੈ ਉਹ ਲਿਆ ਹੈ ਜ਼ਬੂਰ 62 ਦਾ 5 ਵਿੱਚ। ਇੱਥੇ ਲਿਖਿਆ ਹੈ, हे ਮੇਰੀ ਜਾਨ, ਤੂੰ ਪਰਮੇਸ਼ਰ ਦੇ ਅੱਗੇ ਚੁੱਪਚਾਪ ਰਹਿ, ਕਿਉਂ ਮੇਰੀ ਤਾਂ ਗੁੱਸੇ ਵੱਲ ਹੈ। ਇਸ ਦਾ ਜੋ ਮੈਂ ਸਬਜੈਕਟ ਲਿਆ ਹੈ, ਵਿਸ਼ਾ ਲਿਆ ਹੈ, ਉਹ ਹੈ ਅਸੀਂ ਪਰਮੇਸ਼ਰ ਦੇ ਹੁਕਮ ਨਹੀਂ ਚਲਾ ਸਕਦੇ। ਅਸੀਂ ਪਰਮੇਸ਼ਰ ਦੇ ਹੁਕਮ ਨਹੀਂ ਚਲਾ ਸਕਦੇ। ਕਦੇ ਕੋਈ ਪਰਮੇਸ਼ਰ ਦੇ ਉੱਤੇ ਹੁਕਮ ਨਹੀਂ ਚਲਾ ਸਕਦਾ। ਰਾਜਾ ਜਿਹੜਾ ਹੈ ਉਹ ਆਪਣੇ ਸਿੰਘਾਸਨ ਦੇ ਉੱਤੇ ਬੈਠਾ ਹੈ, ਪ੍ਰਜਾ ਉਸ ਨੂੰ ਹੁਕਮ ਨਹੀਂ ਦੇ ਸਕਦੀ। ਪ੍ਰਜਾ ਉਸ ਦੇ ਅੱਗੇ ਬੇਨਤੀ ਕਰ ਸਕਦੀ ਹੈ, ਪ੍ਰਜਾ ਉਸ ਦੇ ਅੱਗੇ ਪ੍ਰਾਰਥਨਾ ਦੇ ਲਈ ਯਾਚਨਾ ਕਰ ਸਕਦੀ ਹੈ, ਪ੍ਰਜਾ ਉਸ ਦੇ ਨਾਲ ਸਲਾਹ ਲੈ ਸਕਦੀ ਹੈ, ਪ੍ਰਜਾ ਉਸ ਦੇ ਨਾਲ ਆਪਣੇ ਜੀਵਨ ਨੂੰ ਉਸ ਦੇ ਅੱਗੇ ਆਪਣੀਆਂ ਜੋ ਉਹਨਾਂ ਦੇ ਜੀਵਨ ਦੇ ਵਿੱਚ ਰੁਕਾਵਟਾਂ ਹੈ, ਸਮੱਸਿਆ, ਉਸ ਨੂੰ ਦੱਸ ਸਕਦੀ ਹੈ, ਪਰ ਹੁਕਮ ਨਹੀਂ ਚਲਾ ਸਕਦੀ। ਇੱਥੇ ਦਾਊਦ ਜੋ ਇਸ ਭਜਨ ਦਾ ਲਿਖਣ ਵਾਲਾ, ਉਹ ਕਹਿੰਦਾ, हे ਮੇਰੀ ਜਾਨ, ਯਹੋਵਾ ਦੇ ਅੱਗੇ ਚੁੱਪਚਾਪ ਰਹਿ। ਦਾਊਦ ਆਪਣੇ ਜੀਵਨ ਦੇ ਐਕਸਪੀਰੀਅੰਸ ਨੂੰ ਇਸ ਜਗ੍ਹਾ ਦੇ ਉੱਤੇ ਸਾਨੂੰ ਦੱਸ ਰਿਹਾ ਹੈ। ਉਹ ਦੱਸ ਰਿਹਾ ਹੈ ਕਿ ਸਾਨੂੰ ਪਰਮੇਸ਼ਰ ਦੇ ਉੱਤੇ ਪੂਰਨ ਭਰੋਸਾ ਰੱਖਣਾ ਚਾਹੀਦਾ ਹੈ। ਜੇ ਅਸੀਂ ਪਰਮੇਸ਼ਰ ਦੇ ਉੱਤੇ ਭਰੋਸਾ ਨਹੀਂ ਰੱਖਦੇ ਹਾਂ, ਗੱਲਾਂ ਕਰਦੇ ਹਾਂ, ਤਾਂ ਸਾਡਾ ਵਿਸ਼ਵਾਸ ਜੀਵਿਤ ਪਰਮੇਸ਼ਰ ਦੇ ਉੱਤੇ ਨਹੀਂ ਹੈ। ਅਸੀਂ ਵਿਸ਼ਵਾਸ ਦੇ ਵਿੱਚ ਕਮਜ਼ੋਰ ਹਾਂ। ਪਰ ਇੱਥੇ ਬਹੁਤ ਸਾਰੇ ਲੋਕਾਂ ਨੂੰ ਮੈਂ ਪਰਮੇਸ਼ਰ ਦੇ ਉੱਤੇ ਹੁਕਮ ਚਲਾਉਂਦੇ ਆ ਜਾਂ ਹੁਕਮ ਦਿੰਦੇ ਕਿ ਮੈਂ ਉਹਨਾਂ ਦੀਆਂ ਪ੍ਰਾਰਥਨਾ ਨੂੰ ਅਕਸਰ ਜਦੋਂ ਸੁਣਦਾ ਹਾਂ ਤਾਂ ਉਹ ਇਹ ਕਹਿੰਦੇ ਆ, ਪ੍ਰਭੂ ਜੀ ਤੂੰ ਇਸ ਤਰ੍ਹਾਂ ਕਰ ਦੇ, ਪ੍ਰਭੂ ਜੀ ਤੂੰ ਇਸ ਤਰ੍ਹਾਂ ਕਰ, ਪ੍ਰਭੂ ਜੀ ਇਸ ਤਰ੍ਹਾਂ ਕਰ। ਉਹ ਇਸ ਤਰ੍ਹਾਂ ਲੱਗਦਾ ਹੈ ਜਿੱਦਾਂ ਪਰਮੇਸ਼ਰ ਨੂੰ ਹੁਕਮ ਦੇ ਰਹੇ ਆ, ਅਰਦਾਸ ਨਹੀਂ ਕਰ ਰਹੇ, ਬੇਨਤੀ ਨਹੀਂ ਕਰ ਰਹੇ। ਜਦੋਂ ਅਸੀਂ ਫਿਲਿੱਪੀਆਂ ਦੀ ਪੁਸਤਕ 4 ਅਧਿਆਏ ਉਸ ਦੀ 6 ਆਇਤ ਨੂੰ ਪੜ੍ਹਦੇ ਹਾਂ ਤਾਂ ਇੱਥੇ ਪੌਲਸ ਰਸੂਲ ਇੱਕ ਬੜੀ ਸੁੰਦਰ ਗੱਲ ਕਹਿ ਰਿਹਾ ਹੈ, ਜੋ ਮੈਂ ਆਪ ਦੇ ਨਾਲ ਪੜ੍ਹ ਰਿਹਾ ਹਾਂ। ਇੱਥੇ ਕਹਿੰਦਾ ਹੈ, ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਤੁਹਾਡੇ ਵਿੱਚ ਅਰਦਾਸਾਂ, ਪ੍ਰਾਰਥਨਾਵਾਂ, ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ਰ ਦੇ ਅੱਗੇ ਕੀਤੀਆਂ ਜਾਣ। ਤੇ ਅਸੀਂ ਸੋਚੋ, ਅਸੀਂ ਪ੍ਰਾਰਥਨਾ ਦੇ ਵਿੱਚ ਕੀ ਕਰ ਰਹੇ ਹਾਂ? ਅਸੀਂ ਪਰਮੇਸ਼ਰ ਨੂੰ ਹੁਕਮ ਦੇ ਰਹੇ। ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਇੱਕ ਹੁਕਮ ਦਿੱਤਾ ਹੋਇਆ, ਅਸੀਂ ਉਸ ਹੁਕਮ ਨੂੰ ਨਾ ਪੂਰਾ ਕਰਨ ਦੀ ਬਜਾਏ ਅਸੀਂ ਉਸ ਦੇ ਵਿੱਚ ਆਪਣੀਆਂ ਸੰਸਾਰਿਕ ਨੀਡਾਂ ਨੂੰ ਹੁਕਮ ਦੇ ਨਾਲ ਦੇ ਕੇ ਉਸ ਦੇ ਕੋਲੋਂ ਮੰਗ ਰਹੇ ਹਾਂ। ਬੜਾ ਗਲਤ, ਸਰਾਸਰ ਗਲਤ। ਅਸੀਂ ਆਪਣੇ ਪਰਮੇਸ਼ਰ ਦੀ ਰਿਸਪੈਕਟ ਨਹੀਂ ਕਰ ਰਹੇ, ਅਸੀਂ ਆਪਣੇ ਪਰਮੇਸ਼ਰ ਦੀ ਇੱਜ਼ਤ ਨਹੀਂ ਕਰ ਰਹੇ। ਤੁਸੀਂ ਆਪਣੇ ਮਾਤਾ ਪਿਤਾ ਨੂੰ ਜਦੋਂ ਹੁਕਮ ਦੇ ਨਾਲ ਗੱਲ ਕਰਦੇ ਆ ਤਾਂ ਉਹ ਕਿਸ ਤਰ੍ਹਾਂ ਤੁਹਾਨੂੰ ਆਪਣਾ ਟੁੱਟ ਕੇ ਪੈ ਜਾਂਦੇ, ਮੈਂ ਤੇਰਾ ਨੌਕਰ ਹਾਂ। ਇਹ ਗੱਲਾਂ ਬੜੇ ਸੰਵੇਦਨਸ਼ੀਲ ਔਰ ਬੜੀ ਗੰਭੀਰਤਾ ਦੇ ਨਾਲ ਸਮਝਣ ਅਤੇ ਚੱਲਣ ਵਾਲੀਆਂ ਨੇ। ਇਸ ਆਇਤ ਦਾ ਜੋ ਮੈਂ ਪੜ੍ਹਿਆ ਹੈ, ਇਸ ਦਾ ਦੂਸਰਾ ਅਰਥ ਵੀ ਆਉਂਦਾ ਹੈ। ਪ੍ਰਭੂ ਯਿਸੂ ਮਸੀਹ ਦੇ ਸਵਰਗ ਉਠਾਏ ਜਾਣ ਦੇ ਬਾਅਦ ਚੇਲੇ ਗਿਣਤੀ ਵਿੱਚ ਥੋੜੇ ਸਨ ਅਤੇ ਆਕਾਸ਼ ਦੇ ਵੱਲ ਵੇਖ ਰਹੇ ਸਨ। ਪ੍ਰਭੂ ਨੇ ਆਪਣੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਹੁਕਮ ਦਿੱਤਾ ਸੀ ਕਿ ਧਰਤੀ ਉੱਤੇ ਕੋਈ ਚਿੰਨ੍ਹ, ਯੋਜਨਾ ਜਾਂ ਕੋਈ ਬਿਊਰਾ ਨਹੀਂ ਦਿੱਤਾ ਗਿਆ। ਉਹ ਕਿੱਥੋਂ ਸ਼ੁਰੂ ਕਰਨ ਅਤੇ ਕੀ ਕਰਨਾ ਹੈ ਉਹ ਨਹੀਂ ਜਾਣਦੇ ਸਨ।
ਪ੍ਰਭੂ ਸਿਰਫ ਇੰਨਾ ਹੀ ਕਹਿ ਗਿਆ ਸੀ ਕਿ ਪਵਿੱਤਰ ਆਤਮਾ ਦੇ ਆਉਣ ਤੱਕ ਤੁਸੀਂ ਯਰੂਸ਼ਲਮ ਵਿੱਚ ਠਹਿਰੇ ਰਹੋ। ਚੇਲਿਆਂ ਨੇ ਹੁਕਮ ਨਹੀਂ ਦਿੱਤਾ ਸੀ ਪ੍ਰਭੂ ਜੀ ਤੂੰ ਠਹਿਰ ਜਾ, ਪ੍ਰਭੂ ਜੀ ਅਸੀਂ ਤੈਨੂੰ ਹੁਕਮ ਦਿੰਦੇ ਆ ਤੂੰ ਏਦਾਂ ਕਰ, ਨਹੀਂ। ਪ੍ਰਭੂ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਸੀ, ਪ੍ਰਭੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਕਿ ਮੇਰੇ ਜਾਣ ਦਾ ਵੇਲਾ ਆ ਗਿਆ ਹੈ, ਮੈਂ ਆਵਾਂਗਾ। ਅਗਰ ਇਸ ਗੱਲ ਨੂੰ ਸਮਝਣਾ ਹੈ ਤਾਂ ਅਸੀਂ ਯਹੋਨਾ ਰਚੀ ਸੁਸਮਾਚਾਰ ਉਸ ਦਾ 16 ਅਧਿਆਏ ਉਸ ਦੀ 7 ਆਇਤ ਦੇ ਉੱਤੇ ਗੌਰ ਕਰਾਂਗੇ। ਯਹੋਨਾ 16 ਉਸ ਦੀ 7 ਆਇਤ ਇੱਥੇ ਲਿਖਿਆ, ਪਰ ਮੈਂ ਤੁਹਾਨੂੰ ਆਖਦਾ ਹਾਂ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ, ਕਿਉਂ ਜੋ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ, ਪਰ ਜੇ ਮੈਂ ਜਾਵਾਂ ਤਾਂ ਉਹ ਤੁਹਾਡੇ ਕੋਲ ਘੱਲ ਦੇਵਾਂਗਾ। ਪ੍ਰਭੂ ਯਿਸੂ ਮਸੀਹ ਮੇਰੇ ਕੋਲ ਆਉਣ ਵਾਲਾ ਹੈ। ਪ੍ਰਭੂ ਯਿਸੂ ਮਸੀਹ ਦਾ ਆਤਮਾ ਮੇਰੇ ਕੋਲ ਆ ਚੁੱਕਾ ਹੈ। ਉਹ ਗਿਆ ਹੈ ਤੇ ਪਵਿੱਤਰ ਆਤਮਾ ਆਇਆ ਹੈ। ਪਵਿੱਤਰ ਆਤਮਾ ਜੋ ਆਇਆ ਹੈ ਉਹ ਯਰੂਸ਼ਲਮ ਦੇ ਵਿੱਚ ਜਦੋਂ ਇਕੱਠੇ ਸਨ ਤਾਂ ਉੱਥੇ ਉਤਰਿਆ। ਝੌਪੜੀਆਂ ਦੇ ਪਰਬ ਤੋਂ ਫਸਾ ਦੇ 10 ਦਿਨ ਤੋਂ ਬਾਅਦ ਝੌਪੜੀਆਂ ਦਾ ਪਰਬ ਹੁੰਦਾ ਸੀ। ਉਸ ਪਰਬ ਦੇ ਸਮੇਂ ਉਤਰਿਆ ਸੀ। ਪੈਂਤੇਕੋਸਤ ਦਾ ਦਿਨ ਜਿਹਨੂੰ ਕਿਹਾ, ਮਤਲਬ ਕਿ ਸਪਤਾਹ ਦਾ ਸਾਰੇ ਜੋ ਵੀ ਆਪਣਾ ਫਸਲ ਦਾ ਪਹਿਲਾ ਫਲ ਹੈ ਉੱਥੇ ਲੈ ਕੇ ਆਉਂਦੇ ਹੁੰਦੇ ਸੀ ਤੇ ਉਸ ਸਮੇਂ ਪਵਿੱਤਰ ਆਤਮਾ ਉਤਰਿਆ। ਇਹ ਪਰਮੇਸ਼ਰ ਦਾ ਆਤਮਾ ਜੋ ਪਹਿਲਾ ਫਲ ਹੈ ਉਹ ਸਾਡੇ ਵਿੱਚ ਉਤਰਿਆ ਔਰ ਇਹ ਆਤਮਾ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਰਸੂਲਾਂ ਦੇ ਕਰਤੱਵ 1 ਦਾ 8 ਦੇ ਵਿੱਚ ਆਖਿਆ ਸੀ। ਇਹਨਾਂ ਨੂੰ ਪਤਾ ਹੀ ਨਹੀਂ ਸੀ ਸ਼ੁਰੂਆਤ ਕਿੱਦਾਂ ਕਰਨੀ ਹੈ, ਇਹਨਾਂ ਨੂੰ ਪਤਾ ਹੀ ਨਹੀਂ ਸੀ ਕੰਮ ਕਿੱਦਾਂ ਕਰਨਾ ਹੈ। ਇਹ ਚੁੱਪਚਾਪ ਅਟਾਰੀ ਦੇ ਉੱਤੇ ਬੈਠ ਕੇ ਪ੍ਰਾਰਥਨਾ ਕਰ ਰਹੇ ਸੀ ਅਤੇ ਉਸ ਦਾ ਇੰਤਜ਼ਾਰ ਕਰ ਰਹੇ ਸੀ। ਸਾਡੇ ਵਿੱਚ ਇੰਤਜ਼ਾਰ ਕਰਨਾ ਨਹੀਂ ਅਸੀਂ ਸਿੱਖਿਆ ਹੈ, ਅਸੀਂ ਆਰਡਰ ਦੇਣਾ ਸਿੱਖਿਆ ਹੈ। ਜੋ ਪਿਤਾ ਦੀ ਇੱਜ਼ਤ ਨਹੀਂ ਕਰ ਸਕਦਾ ਉਹ ਪਰਮੇਸ਼ਰ ਦੇ ਵਚਨ ਦੀ ਅਤੇ ਪਰਮੇਸ਼ਰ ਦੇ ਲੋਕਾਂ ਦੀ ਇੱਜ਼ਤ ਕਿਵੇਂ ਕਰ ਸਕਦਾ ਹੈ? ਇਸ ਲਈ ਅਸੀਂ ਆਪਣਾ ਵਚਨ ਦੇ ਵਿੱਚ ਪੜਿਆ, ਅਸੀਂ ਪਰਮੇਸ਼ਰ ਨੂੰ ਹੁਕਮ ਨਹੀਂ ਦੇ ਸਕਦੇ। ਮੈਂ ਕਿਤੇ ਵੀ ਨਹੀਂ ਪੜਿਆ ਕਿ ਪਰਮੇਸ਼ਰ ਨੂੰ ਕਿਸੇ ਨੇ ਹੁਕਮ ਦਿੱਤਾ। ਪਰਮੇਸ਼ਰ ਨੇ ਜੋ ਚਾਹਿਆ ਸੋ ਕੀਤਾ ਹੈ ਅਸੀਂ ਪੜ੍ਹਦੇ ਹਾਂ। ਬਾਈਬਲ ਦੇ ਵਿੱਚ ਜਦੋਂ ਅਸੀਂ ਯਰਮਾਇਆ ਦੀ ਪੁਸਤਕ ਪੜ੍ਹਦੇ ਹਾਂ ਤਾਂ ਉਸ ਵਿੱਚ ਪਰਮੇਸ਼ਰ ਦਾ ਦਾਸ ਯਰਮਾਇਆ ਇਸ ਗੱਲ ਨੂੰ ਆਖਦਾ ਹੈ, ਜੋ ਕਿ ਪਰਮੇਸ਼ਰ ਯਰਮਾਇਆ ਦੇ ਰਾਹੀਂ ਗੱਲ ਕਰ ਰਿਹਾ ਹੈ ਕਿ ਤੂੰ ਇਸਰਾਇਲ ਦੇ ਘਰਾਣੇ ਕੋਲ ਜਾ ਕੇ ਇਹ ਗੱਲ ਕਹਿ, ਉੱਥੇ ਕੁਮਾਰ ਦੇ ਕੋਲ ਉਹਦੇ ਘਰ ਦੇ ਵਿੱਚ ਜਾ ਅਤੇ ਦੇਖ ਕੁਮਾਰ ਕੀ ਕਰ ਰਿਹਾ ਹੈ। ਕਿ ਮਿੱਟੀ ਕਹਿ ਸਕਦੀ ਹੈ ਆਪਣੇ ਮਾਲਕ ਨੂੰ ਕਿ ਤੂੰ ਮੈਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ ਹੈ? ਮਿੱਟੀ ਕਹਿ ਸਕਦੀ ਹੈ ਆਪਣੇ ਮਾਲਕ ਨੂੰ ਤੂੰ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕਰ ਰਿਹਾ ਹੈ? ਮਿੱਟੀ ਦਾ ਇੱਕ ਗੁਣ ਹੈ, ਉਹ ਆਪ ਨੂੰ ਮੈਂ ਦੱਸ ਰਿਹਾ। ਮਿੱਟੀ ਦਾ ਗੁਣ ਹੈ ਚੁੱਪਚਾਪ ਰਹਿੰਦੀ ਹੈ। ਮਿੱਟੀ ਕਦੇ ਬੋਲਦੀ ਨਹੀਂ ਹੈ। ਮਿੱਟੀ ਕਦੇ ਆਪਣੇ ਮਾਲਕ ਤੇ ਹੁਕਮ ਨਹੀਂ ਚਲਾਉਂਦੀ। ਮਾਲਕ ਜਿੱਦਾਂ ਚਾਹੇ ਮਿੱਟੀ ਨੂੰ ਗੁੰਦਾ ਹੈ, ਜਿੱਦਾਂ ਚਾਹੇ ਉਸ ਨੂੰ ਬਣਾਉਂਦਾ ਹੈ, ਚਾਹੇ ਉਹ ਆਦਰ ਦਾ ਭਾਂਡਾ ਬਣਾਵੇ ਚਾਹੇ ਨਰਾਦਰ ਦਾ ਭਾਂਡਾ, ਪਰ ਉਹ ਉਸ ਦੇ ਉੱਤੇ ਹੁਕਮ ਨਹੀਂ ਚਲਾ ਸਕਦਾ। ਇਸ ਲਈ ਉਹ ਕਹਿੰਦਾ ਹੈ ਮੇਰੀ ਜਾਨ ਤੂੰ ਪਰਮੇਸ਼ਰ ਦੇ ਅੱਗੇ ਚੁੱਪਚਾਪ ਰਹਿ, ਜਿਵੇਂ ਮਿੱਟੀ ਕੁਮਾਰ ਦੇ ਹੱਥ ਦੇ ਵਿੱਚ ਚੁੱਪਚਾਪ ਰਹਿੰਦੀ ਹੈ। ਅਸੀਂ ਇਹ ਦੇਖਣਾ ਹੈ ਕਿ ਪਰਮੇਸ਼ਰ ਮੇਰੇ ਜੀਵਨ ਦੇ ਵਿੱਚ ਕੀ ਕਰਨਾ ਚਾਹੁੰਦਾ। ਪਰਮੇਸ਼ਰ ਨੇ ਰਸੂਲਾਂ ਦੇ ਕਰਤੱਵ 1 ਦਾ 8 ਦੇ ਵਿੱਚ ਕਿਹਾ ਸੀ ਜਦ ਪਵਿੱਤਰ ਆਤਮਾ ਆਏਗਾ ਤਾਂ ਤੁਸੀਂ ਸਮਰਥ ਪਾਓਗੇ। ਸਮਰਥ ਕਾਹਦੀ ਸਮਰਥ ਪਾਓਗੇ? ਕਿਸ ਤਰ੍ਹਾਂ ਦੀ ਸਮਰਥ ਆਪਣੇ ਜੀਵਨ ਦੇ ਵਿੱਚ ਪਾਓਗੇ? ਅਸੀਂ ਹਜੇ ਤੱਕ ਇਹ ਵੀ ਨਹੀਂ ਜਾਣ ਸਕੇ। ਅਸੀਂ ਹੋਰ ਕੰਮਾਂ ਦੇ ਵਿੱਚ ਆਪਣਾ ਧਿਆਨ ਲਾ ਲਿਆ ਹੈ। ਅਸਲ ਪਰਮੇਸ਼ਰ ਦੀ ਸਮਰਥ ਕਾਹਦੇ ਲਈ ਸਾਡੇ ਵਿੱਚ ਆਈ ਹੈ ਅਸੀਂ ਇਸ ਚੀਜ਼ ਨੂੰ ਹਜੇ ਤੱਕ ਜਾਣਿਆ ਹੀ ਨਹੀਂ। ਉੱਥੇ ਕਹਿੰਦਾ ਹੈ ਤੁਸੀਂ ਸਮਰਥ ਪਾਓਗੇ, ਪਹਿਲਾਂ ਯਰੂਸ਼ਲਮ, ਫਿਰ ਤੁਸੀਂ ਯਹੂਦੀਆ, ਫਿਰ ਤੁਸੀਂ ਸਾਮਰੀਆ, ਫਿਰ ਧਰਤੀ ਦੇ ਬੰਨੇ ਤੱਕ ਮੇਰੇ ਗਵਾਹ ਠਹਿਰੋਗੇ। ਕਿਸ ਗੱਲ ਦੇ? ਪਰਮੇਸ਼ਰ ਦੀ ਖੁਸ਼ਖਬਰੀ ਦੇ, ਪਰਮੇਸ਼ਰ ਪੁੱਤਰ ਦੇ,
ਤੇ ਅਸੀਂ ਕਿਹੜੇ ਕੰਮਾਂ 'ਚ ਲੱਗੇ ਹਾਂ ਦੱਸੋ ਮੈਨੂੰ। ਅਸੀਂ ਪਰਮੇਸ਼ਰ ਨੂੰ ਹੁਕਮ ਦੇ ਰਹੇ ਹਾਂ, ਆਹ ਕੰਮ ਮੈਂ ਇਸ ਕੰਮ ਦੇ ਅਗੇਂਸਟ ਨਹੀਂ ਆ, ਕਰਨਾ ਚਾਹੀਦਾ, ਪਰ ਕਿੱਦਾਂ? ਬੇਨਤੀ ਦੇ ਨਾਲ। ਮੈਂ ਕਦੇ ਵੀ ਆਪਣੀ ਪ੍ਰਾਰਥਨਾ ਦੇ ਵਿੱਚ ਕਦੇ ਵੀ ਪਰਮੇਸ਼ਰ ਨੂੰ ਹੁਕਮ ਨਹੀਂ ਦਿੱਤਾ ਪ੍ਰਭੂ ਤੂੰ ਏਦਾਂ ਕਰ, ਆਹ ਕਰ। ਬੇਨਤੀ ਕਰੀਦੀ ਹੈ, ਰਿਕੁਐਸਟ ਕਰੀਦੀ ਹੈ, ਚੁੱਪਚਾਪ ਕਰੀਦੀ ਹੈ, ਤੇ ਉਹ ਆਪਣਾ ਕੰਮ ਚੁੱਪਚਾਪ ਕਰਦਾ ਹੈ। ਮੈਂ ਇਸ ਚੀਜ਼ ਦੇ ਪ੍ਰਤੀਫਲ ਨੂੰ ਆਪਣੇ ਜੀਵਨ ਵਿੱਚ ਵੇਖਿਆ ਹੈ। ਪਰਮੇਸ਼ਰ ਦੇ ਜਿੰਨੇ ਵੀ ਦਾਸ ਸੀ, ਜਿਨ੍ਹਾਂ ਦੇ ਜੀਵਨ ਦੇ ਵਿੱਚ ਆਫਤਾਂ ਆਈਆਂ, ਸਮੱਸਿਆ ਆਈਆਂ, ਉਹਨਾਂ ਨੇ ਕਦੇ ਪਰਮੇਸ਼ਰ ਨੂੰ ਹੁਕਮ ਨਹੀਂ ਦਿੱਤਾ। ਪਹਿਲੀ ਸ਼ਤਾਬਦੀ ਦੇ ਵਿੱਚ ਜਦੋਂ ਚੇਲਿਆਂ ਦੇ ਉੱਤੇ ਸਤਾਵ ਆਇਆ ਤਾਂ ਉਹਨਾਂ ਨੇ ਇਹ ਨਹੀਂ ਕਿਹਾ ਪਰਮੇਸ਼ਰ ਏਦਾਂ ਆਇਆ ਸੀ ਤੈਨੂੰ ਕਹਿੰਦੇ ਉਹਨਾਂ ਨੂੰ ਉਜਾੜ ਦੇ। ਹਜੇ ਪਤਰਸ ਨੇ ਕਿਹਾ ਸੀ ਪ੍ਰਭੂ ਇਹ ਆਪਣਾ ਇਸ ਤਰ੍ਹਾਂ ਕਰ ਰਹੇ ਆ, ਤੂੰ ਸਾਨੂੰ ਹੁਕਮ ਦੇ, ਅਸੀਂ ਆਪਣਾ ਪ੍ਰਾਰਥਨਾ ਕਰੀਏ, ਸਵਰਗੋਂ ਅੱਗ ਗਿਰੇਗੀ। ਪ੍ਰਭੂ ਨੇ ਕਿਹਾ ਨਹੀਂ, ਪਰਮੇਸ਼ਰ ਦਾ ਪੁੱਤਰ ਇਹਨਾਂ ਨੂੰ ਨਾਸ਼ ਕਰਨ ਦੇ ਲਈ ਨਹੀਂ ਆਇਆ, ਬਚਾਉਣ ਦੇ ਲਈ ਆਇਆ। ਅਸੀਂ ਸਮਝੀਏ ਪਰਮੇਸ਼ਰ ਦੀ ਯੋਜਨਾ ਨੂੰ, ਅਸੀਂ ਸਮਝੀਏ ਪਰਮੇਸ਼ਰ ਦੇ ਕਾਰਜ ਨੂੰ, ਅਸੀਂ ਸਮਝੀਏ ਪਰਮੇਸ਼ਰ ਦੇ ਮੇਰੇ ਜੀਵਨ ਦੇ ਵਿੱਚ ਉਦੇਸ਼ ਨੂੰ। ਅਸੀਂ ਇਹ ਗੱਲਾਂ ਨਹੀਂ ਸਮਝ ਰਹੇ, ਅਸੀਂ ਪਰਮੇਸ਼ਰ ਤੇ ਆਰਡਰ ਤੇ ਆਰਡਰ, ਆਰਡਰ ਤੇ ਆਰਡਰ, ਆਰਡਰ ਤੇ ਆਰਡਰ ਕਰ ਰਹੇ ਹਾਂ। ਪ੍ਰਭੂ ਜੀ ਅਸੀਂ ਤੇਰੇ ਨਾਮ ਦੇ ਹੁਕਮ 'ਚ ਜੰਦੇ, ਇੱਥੋਂ ਇਸੇ ਸਮੇਂ ਗੈਟ ਆਊਟ ਹੋ ਜਾਏ। ਵਾਟ ਇਜ਼ ਦਾ ਮੀਨਿੰਗ? ਕੀ ਸੋਚ ਰਹੇ ਹੋ ਤੁਸੀਂ ਪਰਮੇਸ਼ਰ ਨੂੰ? ਕਿੱਦਾਂ ਦਾ ਸਮਝ ਰਹੇ ਹੋ ਪਰਮੇਸ਼ਰ? ਉਹ ਮਹਾਰਾਜਾ ਜਿਹੜਾ ਉੱਪਰ ਬੈਠਾ ਹੈ, ਉਹਦੇ ਅੱਗੇ ਅਸੀਂ ਕੀ ਕਰ ਸਕਦੇ ਹਾਂ? ਬੇਨਤੀ ਕਰ ਸਕਦੇ ਹਾਂ। ਪ੍ਰਭੂ ਅਸੀਂ ਬੇਨਤੀ ਕਰਦੇ ਹਾਂ। ਜਦੋਂ ਪਹਿਲੇ ਸਮਿਆਂ ਦੇ ਵਿੱਚ ਰਾਜੇ ਕੋਲ ਪਾਜਾ ਆਉਂਦੀ ਸੀ ਤਾਂ ਉੱਥੇ ਆਕੜ ਕੇ ਜਾਂ ਆਪਣੇ ਆਪ ਨੂੰ ਉੱਚਾ ਕਰਕੇ ਗੱਲ ਨਹੀਂ ਕਰਦੀ ਸੀ, ਬੜੀ ਝੁੱਕ ਕੇ ਅਤੇ ਸੰਵੇਦਨਸ਼ੀਲਤਾ ਦੇ ਨਾਲ ਗੱਲ ਕਰਦੀ ਸੀ। ਔਰ ਜਦੋਂ ਚੇਲਿਆਂ ਦੇ ਉੱਤੇ ਸਮੱਸਿਆ ਆਈ, ਉਹਨਾਂ ਨੇ ਵੀ ਇਹੀ ਕਿਹਾ, हे ਪਰਮੇਸ਼ਵਰ ਅਸੀਂ ਤੇਰੇ ਅੱਗੇ ਮਿਹਨਤ ਕਰਦੇ ਹਾਂ ਕਿ ਸੰਸਾਰ ਦੇ ਲੋਕਾਂ ਨੇ ਹੁੱਲੜ ਮਚਾਇਆ ਹੈ, ਤੂੰ ਉਹਨਾਂ ਦੇ ਹੁੱਲੜ ਨੂੰ ਵੇਖ ਤੇ ਸਾਨੂੰ ਆਪਣੇ ਵਚਨ ਦੇ ਨਾਲ ਸਮਰੱਥ ਦੇ। ਔਰ ਲਿਖਿਆ ਹੈ ਜਦੋਂ ਰਸੂਲਾਂ ਦੇ ਕਰਤੱਵ 4 ਦੇ ਅੰਤਿਮ ਖੰਡ ਦੇ ਵਿੱਚ ਜਾਂਦੇ ਆ ਤਾਂ ਉੱਥੇ ਲਿਖਿਆ ਉਹ ਜਗ੍ਹਾ ਹਿੱਲ ਗਈ, ਆਤਮਾ ਦੇ ਨਾਲ ਭਰ ਗਏ। ਆਤਮਾ ਦੇ ਨਾਲ ਜਦੋਂ ਭਰ ਗਏ ਤਾਂ ਕੀ ਕੀਤਾ ਉਹਨਾਂ ਨੇ? ਰੌਲਾ ਪਾਇਆ? ਉਹਨਾਂ ਨੇ ਆਰਡਰ ਦਿੱਤਾ? ਨਹੀਂ। ਲਿਖਿਆ ਹੈ ਉਹਨਾਂ ਨੇ ਪਰਮੇਸ਼ਰ ਦੇ ਵਚਨ ਦੀ ਧੁੰਮ ਫੈਲਾ ਦਿੱਤੀ, ਜਗ੍ਹਾ ਜਗ੍ਹਾ ਪ੍ਰਚਾਰ ਕੀਤਾ। ਅਸੀਂ ਪਰਮੇਸ਼ਰ ਦੇ ਉਸ ਵਚਨ ਨੂੰ ਜਿਹੜਾ ਹਾਈ ਕਮਿਸ਼ਨ ਮੈਨੂੰ ਦਿੱਤਾ ਗਿਆ ਹੈ, ਪਰਮੇਸ਼ਰ ਨੇ ਮੁੱਖ ਉਦੇਸ਼ ਦਿੱਤਾ ਹੈ, ਜਾਓ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਵਿੱਚ ਮੇਰੀ ਖੁਸ਼ਖਬਰੀ ਦਾ ਪ੍ਰਚਾਰ ਕਰੋ। ਉਸ ਪ੍ਰਚਾਰ ਨੂੰ ਕਰਨ ਦੀ ਬਜਾਏ ਅਸੀਂ ਹੋਰ ਕੰਮਾਂ ਦੇ ਵਿੱਚ ਪੈ ਗਏ। ਨਹੀਂ ਪਿਆਰੋ, ਪਰਮੇਸ਼ਰ ਦੇ ਹੁਕਮ ਨੂੰ ਮੰਨੋ, ਪਰਮੇਸ਼ਰ ਦੀ ਆਵਾਜ਼ ਨੂੰ ਸੁਣੋ। ਪਰਮੇਸ਼ਰ ਦਾ ਮੇਰੇ ਜੀਵਨ ਦੇ ਵਿੱਚ ਮਤਲਬ ਕੀ ਆਦੇਸ਼ ਕੀ ਹੈ ਉਸ ਨੂੰ ਜਾਣੋ। ਚੁੱਪਚਾਪ ਰਹਿ ਕੇ ਉਹਦੇ ਅੱਗੇ ਬੈਠੋ ਅਤੇ ਉਹਦੇ ਅੱਗੇ ਬੇਨਤੀ ਕਰੋ, ਪ੍ਰਭੂ ਤੇਰੀ ਮੇਰੇ ਜੀਵਨ ਵਿੱਚ ਕੀ ਮਰਜ਼ੀ ਹੈ ਉਸ ਨੂੰ ਦੱਸ। ਤਦ ਉਹ ਤੁਹਾਡੇ ਜੀਵਨ ਦੇ ਵਿੱਚ ਉਸ ਚੀਜ਼ ਨੂੰ ਪੂਰੀ ਕਰੇਗਾ। ਬੇਸ਼ੱਕ ਤੁਹਾਡੇ ਸਿਰ ਤੇ ਵੱਡੀ ਜ਼ਿੰਮੇਵਾਰੀ ਹੋਵੇਗੀ, ਅਨੇਕਾਂ ਮੁਸ਼ਕਲਾਂ ਤੁਹਾਡੇ ਸਾਹਮਣੇ ਹੋਣਗੀਆਂ, ਤੁਸੀਂ ਉਹਨਾਂ ਦਾ ਸਾਹਮਣਾ ਕਰ ਰਹੇ ਹੋਗੇ, ਤੁਸੀਂ ਉਲਝਣ ਵਿੱਚ ਹੋਵੋਗੇ ਅਤੇ ਤੁਸੀਂ ਕਿਸਥੋਂ ਵੀ ਸ਼ੁਰੂ ਕਰੋ, ਕਿਸ ਵੀ ਤਰ੍ਹਾਂ ਅੱਗੇ ਵਧੋ, ਪਰ ਤੁਸੀਂ ਨਹੀਂ ਜਾਣਦੇ ਤੁਹਾਡੇ ਸੁਝਾਅ ਲਿਖੇ ਹੋਏ ਹੋਣ ਅਤੇ ਜ਼ਿਆਦਾ ਚੰਗੇ ਹੋਣ। ਚਾਹੀਦਾ ਹੈ ਪਰਮੇਸ਼ਰ ਨੇ ਇਸ ਤਰ੍ਹਾਂ ਨਾਲ ਕੰਮ ਨਹੀਂ ਕੀਤਾ ਅਤੇ ਤੁਸੀਂ ਉਲਝਣ ਵਿੱਚ ਨਾ ਪਓ। ਤੁਸੀਂ ਪਰਮੇਸ਼ਰ ਦੇ ਅੱਗੇ ਅਧੀਨ ਹੋ ਜਾਓ। ਪ੍ਰਭੂ ਤੇਰੀ ਮੇਰੇ ਜੀਵਨ 'ਚ ਜੋ ਮਰਜ਼ੀ ਹੈ, ਜੋ ਇੱਛਾ ਹੈ, ਮੈਂ ਉਸ ਨੂੰ ਪੂਰਾ ਕਰਾਂ। ਮੈਂ ਆਪਣੀ ਮਰਜ਼ੀ ਨਹੀਂ। ਪ੍ਰਭੂ ਮੈਂ ਤੇਰਾ ਬਣਾਇਆ ਹੋਇਆ ਭਾਂਡਾ, ਤੂੰ ਮੈਨੂੰ ਰਚਿਆ ਹੈ, ਤੂੰ ਮੈਨੂੰ ਚੁਣਿਆ ਹੈ, ਤੂੰ ਮੈਨੂੰ ਆਪਣੇ ਰਾਜ ਵਿੱਚ ਨਿਯੁਕਤ ਕੀਤਾ ਹੈ। ਹੁਣ ਆਪਣੀ ਮਰਜ਼ੀ ਮੇਰੇ ਜੀਵਨ ਵਿੱਚ ਪੂਰੀ ਕਰ। ਜਿਵੇਂ ਪੌਲਸ ਨੇ ਵੀ ਕਿਹਾ, ਹੁਣ ਮੈਂ ਜ਼ਿੰਦਾ ਨਹੀਂ, ਹੁਣ ਮੇਰੇ ਵਿੱਚ ਮਸੀਹ ਜ਼ਿੰਦਾ ਹੈ, ਜਿਨ ਮੇਰੇ ਨਾਲ ਪਿਆਰ ਕੀਤਾ ਹੈ। ਤੇ ਉਹ ਪਰਮੇਸ਼ਰ ਦੀ ਇੱਛਾ ਨਾਲ ਚੱਲਦਾ ਹੈ। ਉਹ ਆਪਣੀ ਇੱਛਾ ਕਿਤੇ ਵੀ ਇਸਤੇਮਾਲ ਨਹੀਂ ਕਰ ਰਿਹਾ, ਉਹ ਕਿਤੇ ਵੀ ਪਰਮੇਸ਼ਰ ਨੂੰ ਆਰਡਰ ਨਹੀਂ ਕਰ ਰਿਹਾ। ਮੈਂ ਪੌਲਸ ਦੀਆਂ ਲਿਖੀਆਂ ਹੋਈਆਂ 14 ਪੱਤਰੀਆਂ ਦੇ ਵਿੱਚ ਕਿਤੇ ਵੀ ਇਹ ਨਹੀਂ ਪੜਿਆ ਕਿ ਪੌਲਸ ਨੇ ਆਰਡਰ ਦਿੱਤਾ ਪਰਮੇਸ਼ਰ ਪੁੱਤਰ। ਮੈਂ ਨਹੀਂ ਪੜਿਆ। ਪਰਮੇਸ਼ਰ ਨੂੰ ਅਸੀਂ ਆਰਡਰ ਨਹੀਂ ਦੇ ਸਕਦੇ, ਪਰਮੇਸ਼ਰ ਤੇ ਅਸੀਂ ਹੁਕਮ ਨਹੀਂ ਚਲਾ ਸਕਦੇ।
ਚੁੱਪਚਾਪ ਰਹਿ ਕੇ ਅਸੀਂ ਪਰਮੇਸ਼ਰ ਦੀ ਆਵਾਜ਼ ਮੇਰੇ ਜੀਵਨ ਵਿੱਚ ਕੀ ਆ ਉਹ ਅਸੀਂ ਦੇ ਸਕਦੇ ਹਾਂ। ਜਦੋਂ ਪਰਮੇਸ਼ਰ ਨੇ ਪੌਲਸ ਨੂੰ ਚੁਣਿਆ, ਚੁੱਪਚਾਪ 3 ਦਿਨ ਉਹ ਤਰਸੁਸ ਦੀ ਉਸ ਗਲੀ ਦੇ ਵਿੱਚ ਬੈਠਾ ਰਿਹਾ ਔਰ ਤੀਸਰੇ ਦਿਨ ਹਨਨਿਆ ਨਾਮ ਵਿਅਕਤੀ ਨੇ ਉਹਦੇ ਉੱਤੇ ਪ੍ਰਾਰਥਨਾ ਕੀਤੀ, ਉਹਦੀਆਂ ਅੱਖਾਂ ਖੁੱਲ ਗਈਆਂ ਅਤੇ ਪਰਮੇਸ਼ਰ ਦਾ ਉਦੇਸ਼ ਉਹਦੇ ਉੱਤੇ ਉਜਾਗਰ ਹੋ ਗਿਆ। ਕਿਉਂਕਿ ਹਨਨਿਆ ਨੂੰ ਵੀ ਪਰਮੇਸ਼ਰ ਨੇ ਦੱਸ ਦਿੱਤਾ ਸੀ ਇਹਦੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਕੀ ਇੱਛਾ ਹੈ। ਇਸ ਲਈ ਪਰਮੇਸ਼ਰ ਦੇ ਅੱਗੇ ਚੁੱਪਚਾਪ ਜਾਣੋ ਪਰਮੇਸ਼ਰ ਦੀ ਮਰਜ਼ੀ ਕੀ ਹੈ। ਅਸੀਂ ਆਪਣੀ ਮਰਜ਼ੀ ਦੇ ਨਾਲ ਜਦੋਂ ਫੈਸਲੇ ਲੈਂਦੇ ਹਾਂ, ਅਸੀਂ ਜਦੋਂ ਆਪਣੀ ਮਰਜ਼ੀ ਦੇ ਨਾਲ ਚੱਲਣਾ ਸ਼ੁਰੂ ਕਰ ਦਿੰਦੇ ਹਾਂ, ਤਦ ਮੇਰੇ ਜੀਵਨ ਦੇ ਵਿੱਚ ਕਲੇਸ਼ ਅਤੇ ਸੰਕਟ ਜਦੋਂ ਇਸਰਾਈਲੀਆਂ ਨੇ ਪਰਮੇਸ਼ਰ ਦੀ ਆਵਾਜ਼ ਨਹੀਂ ਸੁਣੀ ਤਾਂ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ। 430 ਸਾਲ ਉਹ ਗੁਲਾਮੀ ਦੇ ਵਿੱਚ ਰਹੇ। ਸਮਝਦੇ ਹੋ ਤੁਸੀਂ? ਇਸ ਲਈ ਹਮੇਸ਼ਾ ਪ੍ਰਾਰਥਨਾ ਕਰੋ, ਪਰਮੇਸ਼ਰ ਤੇਰੀ ਮੇਰੇ ਜੀਵਨ ਦੇ ਵਿੱਚ ਕੀ ਆਵਾਜ਼ ਹੈ। ਉਹਦੇ ਵਚਨ ਦੇ ਵਿੱਚੋਂ ਆਵਾਜ਼ ਆਉਂਦੀ ਹੈ। ਅਸੀਂ ਪਰਮੇਸ਼ਰ ਦੇ ਲਈ ਯੋਜਨਾ ਨਹੀਂ ਬਣਾ ਸਕਦੇ। ਪਰਮੇਸ਼ਰ ਦੇ ਸਮੇਂ ਦੇ ਲਈ ਧੀਰਜ ਨਾਲ ਉਡੀਕ ਕਰਕੇ ਅਸੀਂ ਜਾਣ ਸਕਦੇ ਹਾਂ ਪਰਮੇਸ਼ਰ ਤੇਰੀ ਮੇਰੇ ਜੀਵਨ ਵਿੱਚ ਕੀ ਮਰਜ਼ੀ ਹੈ। ਹਰ ਇੱਕ ਕੰਮ ਦੇ ਲਈ ਪਰਮੇਸ਼ਰ ਦੇ ਕੋਲ ਯੋਜਨਾ ਹੈ। ਉਸ ਦੇ ਲਈ ਪਰਮੇਸ਼ਰ ਦੇ ਕੋਲ ਖਾਸ ਸਮਾਂ ਹੈ। ਪਰਮੇਸ਼ਰ ਜਦ ਤੱਕ ਸਪਸ਼ਟ ਤੌਰ ਤੇ ਅੱਗੇ ਵਧਣ ਦੀ ਆਗਿਆ ਨਹੀਂ ਦਿੰਦਾ, ਤਦ ਤੱਕ ਅਸੀਂ ਬਿਲਕੁਲ ਅੱਗੇ ਨਹੀਂ ਵਧ ਸਕਦੇ। ਮਨੁੱਖ ਦੀ ਆਗਿਆ ਨਹੀਂ ਚੱਲੇਗੀ, ਮਨੁੱਖ ਦਾ ਹੁਕਮ ਨਹੀਂ ਚੱਲੇਗਾ। ਕਿਸੇ ਗੱਲ ਦੇ ਵਿਖੇ ਪਰਮੇਸ਼ਰ ਤੁਹਾਡੇ ਨਾਲ ਬੋਲੇ, ਅਜਿਹੀ ਤੁਸੀਂ ਇੱਛਾ ਰੱਖਦੇ ਹੋ ਤਾਂ ਪ੍ਰਾਰਥਨਾ ਕਰੋ ਅਤੇ ਧੀਰਜ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ ਰਹੋ। ਆਪਣੇ ਸਾਥੀਆਂ ਦੇ ਨਾਲ ਉਸ ਵਿਸ਼ੇ ਦੇ ਸੰਬੰਧ ਵਿੱਚ ਚਰਚਾ ਕਰਨ ਦਾ ਕੋਈ ਅਰਥ ਨਹੀਂ ਹੈ। ਉਹ ਮਦਦ ਨਹੀਂ ਕਰ ਸਕਦੇ। ਆਪਣੇ ਵਿਅਕਤੀਗਤ ਵਿਸ਼ਿਆਂ ਦੇ ਲਈ ਪਰਮੇਸ਼ਰ ਦੀ ਇੱਛਾ ਜਾਣਨ ਦੇ ਲਈ ਪ੍ਰਭੂ ਦੀ ਵੱਲੋਂ ਵਿਅਕਤੀਗਤ ਅਨੁਭਵ ਦੀ ਲੋੜ ਹੈ। ਇਸ ਲਈ ਪਰਮੇਸ਼ਰ ਦੀ ਇੱਛਾ ਨੂੰ ਜਾਣਨ ਦੇ ਲਈ ਅਤੇ ਉਸ ਤੱਕ ਪਹੁੰਚਣ ਦੇ ਲਈ ਤੁਸੀਂ ਪਰਮੇਸ਼ਰ ਦੇ ਵਚਨ ਅਤੇ ਪ੍ਰਾਰਥਨਾ ਦਾ ਸਹਾਰਾ ਲੈ ਸਕਦੇ ਹੋ। ਤੇ ਪਰਮੇਸ਼ਰ ਤੁਹਾਨੂੰ ਦੱਸੇਗਾ ਕਿ ਉਹਦਾ ਤੁਹਾਡੇ ਜੀਵਨ ਦੇ ਵਿੱਚ ਕੀ ਉਦੇਸ਼ ਹੈ ਔਰ ਉਸ ਗੱਲ ਦੇ ਲਈ ਤੁਸੀਂ ਉਡੀਕ ਕਰਦੇ ਰਹੋ। ਚਾਹੇ 1 ਦਿਨ ਲੱਗੇ, ਚਾਹੇ 3 ਦਿਨ ਲੱਗਣ, ਚਾਹੇ 30 ਦਿਨ ਲੱਗਣ, ਚਾਹੇ 40 ਦਿਨ ਲੱਗਣ। ਦਾਨੀਆ ਨਬੀ ਨੂੰ ਉੱਤਰ ਪਾਉਣ ਦੇ ਲਈ 21 ਦਿਨ ਲੱਗੇ ਸੀ। 21 ਦਿਨ ਮਰਜਾਊ ਹੋ ਗਿਆ ਸੀ ਤੇ ਅਸੀਂ ਕਹਿੰਦੇ ਸਾਨੂੰ ਹੁਣੇ ਪਤਾ ਲੱਗ ਗਿਆ। ਪਰਮੇਸ਼ਰ ਨੂੰ ਅਸੀਂ ਬਾਰ-ਬਾਰ ਹੂਰੇ ਮਾਰਦੇ ਰਹਿੰਦੇ, ਪ੍ਰਭੂ ਨਹੀਂ ਮੈਂ ਏਦਾਂ ਕਰਨਾ ਚਾਹੁੰਦਾ, ਪ੍ਰਭੂ ਏਦਾਂ ਕਰ ਏਦਾਂ ਕਰ। ਵਾਟ ਇਜ਼ ਦਾ ਮੀਨਿੰਗ? ਕੀ ਸਮਝਦੇ ਪ੍ਰਭੂ ਨੂੰ ਤੁਸੀਂ? ਉਹ ਸਰਵज्ञ ਪਰਮੇਸ਼ਰ ਹੈ, ਸਰਵ ਸ਼ਕਤੀਮਾਨ ਹੈ, ਸਰਵ ਭੌਮਿਕ ਹੈ, ਸਰਵज्ञ ਹੈ, ਸਭ ਚੀਜ਼ਾਂ ਦੇ ਵਿੱਚ ਵਿਰਾਜਮਾਨ ਹੈ, ਮੇਘਾਂ ਦੇ ਉੱਤੇ ਸਵਾਰ ਹੈ ਅਤੇ 24/25 ਨੂੰ ਉਹਦੇ ਅੱਗੇ ਝੱਕ ਕੇ ਦੰਡਵਤ ਕਰਦੇ ਹੈ। ਸਰਗ ਦੂਤ ਉਹਦੇ ਅੱਗੇ ਹੋਸੰਨਾ ਅਤੇ ਜੈਜੈਕਾਰ ਦੇ ਨਾਰੇ ਗਜ਼ਾਉਂਦੇ ਹੈ ਅਤੇ 4 ਪ੍ਰਾਣੀ ਉਸ ਦੇ ਸਿੰਘਾਸਨ ਨੂੰ ਚੁੱਕੀ ਕਦੇ ਥੱਕਦੇ ਨਹੀਂ ਅਤੇ ਕਹਿੰਦੇ ਰਹਿੰਦੇ ਪਵਿੱਤਰ ਪਵਿੱਤਰ ਪਵਿੱਤਰ, ਸੈਨਾ ਦਾ ਯਹੋਵਾ ਪਵਿੱਤਰ ਹੈ। ਅਸੀਂ ਉਸ ਪਰਮੇਸ਼ਰ ਦੇ ਅੱਗੇ ਕਿਹੋ ਜਿਹਾ ਵਿਵਹਾਰ ਕਰ ਰਹੇ ਅਸੀਂ ਸੋਚਣਾ ਹੈ। ਇਸ ਲਈ ਮੇਰਾ ਇੱਕ ਵਾਰ ਫੇਰ ਉਸ ਵਿਸ਼ੇ ਦੇ ਉੱਤੇ ਧਿਆਨ ਹੈ ਕਿ ਅਸੀਂ ਪਰਮੇਸ਼ਰ ਦੇ ਹੁਕਮ ਨਹੀਂ ਚਲਾ ਸਕਦੇ। ਅਸੀਂ ਉਹਦੇ ਅੱਗੇ ਅਰਦਾਸ ਕਰ ਸਕਦੇ ਹਾਂ, ਅਸੀਂ ਉਹਦੇ ਅੱਗੇ ਬੇਨਤੀ ਕਰ ਸਕਦੇ ਹਾਂ, ਅਸੀਂ ਉਹਦੇ ਅੱਗੇ ਬੇਨਤੀ ਕਰਕੇ ਇੰਤਜ਼ਾਰ ਕਰ ਸਕਦੇ ਹਾਂ, ਪ੍ਰਭੂ ਤੇਰੇ ਜੀਵਨ ਦੇ ਵਿੱਚ ਮੇਰੀ ਇੱਛਾ ਤੂੰ ਕੀ ਚਾਹੁੰਦਾ ਮੈਂ। ਇਸ ਲਈ ਅਸੀਂ ਇਸ ਵਚਨ ਦੇ ਨਾਲ ਇਹ ਮੇਰੀ ਜਾਨ ਤੂੰ ਪਰਮੇਸ਼ਰ ਦੇ ਅੱਗੇ ਝੁਕ ਜਾ, ਆਪਣੇ ਆਪ ਨੂੰ ਇਸ ਤਰ੍ਹਾਂ ਸਮਰਪਿਤ ਕਰਕੇ ਪਰਮੇਸ਼ਰ ਦੇ ਉਦੇਸ਼ ਨੂੰ ਆਪਣੇ ਜੀਵਨ ਵਿੱਚ ਜਾਣੋ ਤਾਂ ਤੁਸੀਂ ਸਫਲ ਹੋ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇ ਵਿੱਚ ਜੈ ਮਸੀਹ।